ਹੈਲੋ ਸਟੂਡੈਂਟ ਆਫ 10th ਕਲਾਸ। ਅੱਜ ਅਸੀਂ ਪੰਜਾਬੀ ਦੀ ਪਾਠ ਪੁਸਤਕ ਕਾਵਿ ਕਥਾ ਸੰਵੇਦਨਾ ਦੇ ਵਿੱਚ ਇੱਕ ਕਹਾਣੀ ਜਿਸ ਦਾ ਸਿਰਲੇਖ ਹੈ ਸੱਗੀ ਫੁੱਲ, ਜੋ ਕਿ ਪ੍ਰੋਫੈਸਰ ਗੁਰਦਿਆਲ ਸਿੰਘ ਦੁਆਰਾ ਲਿਖੀ ਗਈ ਹੈ, ਉਹ ਪੜ੍ਹਨ ਜਾ ਰਹੇ ਹਾਂ। ਜੋ ਇਸ ਕਹਾਣੀ ਦਾ ਵਿਸ਼ਾ ਹੈ ਉਸ ਦੇ ਬਾਰੇ ਅਸੀਂ ਬਾਅਦ 'ਚ ਚਰਚਾ ਕਰਾਂਗੇ। ਪਹਿਲਾਂ ਕਹਾਣੀ ਬਾਰੇ ਥੋੜ੍ਹੀ ਜਾਣਕਾਰੀ ਲੈਂਦੇ ਹਾਂ। ਤਾਂ ਇਸ ਕਹਾਣੀ ਵਿੱਚ ਕੀ ਹੁੰਦਾ ਹੈ ਕਿ ਈਸਰ ਨਾਂ ਦਾ ਇੱਕ ਕਿਸਾਨ ਹੈ ਜਿਸ ਦੀ ਪਤਨੀ ਦਾ ਨਾਂ ਹੈ ਮੰਨੂ। ਹੁਣ ਉਹ ਈਸਰ ਹੈ ਜੋ ਉਸ ਦੀ ਭੈਣ ਦੇ ਮੁੰਡੇ ਦਾ ਵਿਆਹ ਹੈ। ਤਾਂ ਉਸ ਦੀ ਪਤਨੀ ਨੇ ਇੱਕੋ ਹੀ ਰੱਟ ਲਾਈ ਹੋਈ ਹੈ ਕਿ ਜੇ ਜਾਣਾ ਹੈ ਤਾਂ ਗੱਜ ਵੱਜ ਕੇ ਜਾਣਾ ਹੈ, ਭਾਵ ਕਿ ਵਧੀਆ ਤਰੀਕੇ ਨਾਲ ਵਿਆਹ 'ਤੇ ਜਾਣਾ ਹੈ ਅਤੇ ਉਹਨਾਂ ਨੂੰ ਕੁਛ ਦੇਣਾ ਵੀ ਹੈ ਚਾਹੇ। ਪਰ ਜੋ ਈਸਰ ਹੈ ਉਹ ਇੱਕ ਗਰੀਬ ਕਿਸਾਨ ਹੈ ਜਿਸ ਦੀ ਆਰਥਿਕ ਹਾਲਤ ਬਹੁਤ ਹੀ ਚੰਗੀ ਨਹੀਂ। ਜਿਸ ਦੇ ਭਰਾ ਨੇ ਉਸ ਨੂੰ ਜੋ ਜ਼ਮੀਨ ਦਿੱਤੀ ਹੈ ਉਹ ਵੀ ਬਹੁਤੀ ਉਪਜਾਊ ਨਹੀਂ ਹੈ। ਦੂਜੇ ਪਾਸੇ ਉਸ ਦੇ ਵਿਆਹ 'ਤੇ ਜੋ ਈਸਰ ਦੇ ਜਿੰਨਾ ਵੀ ਖਰਚਾ ਹੋਇਆ ਸੀ, ਉਸ ਦਾ ਜੋ ਕਰਜ਼ਾ ਚੜ੍ਹਿਆ ਸੀਗਾ, ਉਸ ਦੀ ਭਰਜਾਈ ਨੇ ਉਹ ਕਰਜ਼ਾ ਈਸਰ ਨੂੰ ਚੁਕਾਉਣ ਦੀ ਸ਼ਰਤ 'ਤੇ ਉਸ ਨੂੰ ਅਲੱਗ ਕੀਤਾ ਸੀ। ਹੁਣ ਉਸ ਦੇ ਸਿਰ ਪਹਿਲਾਂ ਤੋਂ ਹੀ ਕਰਜ਼ਾ ਹੈ ਅਤੇ ਉਸ ਦੀ ਆਮਦਨ ਵੀ ਜੋ ਬਹੁਤ ਘੱਟ ਹੈ। ਇਸ ਕਰਕੇ ਉਸ ਨੂੰ ਬਹੁਤ ਜ਼ਿਆਦਾ ਵਿਆਹ ਦੀ ਥੋੜ੍ਹੀ ਚਿੰਤਾ ਵੀ ਲੱਗੀ ਹੈ। ਪਰ ਉਸ ਦੀ ਜੋ ਪਤਨੀ ਹੈ ਉਸਨੇ ਤਾਂ ਇੱਕੋ ਹੀ ਰੱਟ ਲਾਈ ਹੈ ਕਿ ਜੇ ਜਾਣਾ ਹੈ ਤਾਂ ਗੱਜ ਵੱਜ ਕੇ ਜਾਣਾ ਹੈ। ਆਖਰ ਉਸ ਦੀ ਪਤਨੀ ਹੈ ਜੋ ਈਸਰ ਦੀ ਪਤਨੀ ਜੋ ਮੰਨੂ ਹੈ, ਉਸਨੇ ਇਹ ਰੱਟ ਕਿਉਂ ਲਗਾਈ ਹੋਈ ਹੈ? ਉਸਨੇ ਇਹ ਰੱਟ ਇਸ ਕਰਕੇ ਲਗਾਈ ਹੋਈ ਹੈ ਕਿਉਂਕਿ ਉਸ ਦੀ ਜੋ ਜਠਾਣੀ ਹੈ ਉਹ ਉਸ ਨੂੰ ਹਮੇਸ਼ਾ ਨੀਵਾਂ ਵਿਖਾਉਂਦੀ ਰਹਿੰਦੀ ਹੈ, ਲੋਕਾਂ ਕੋਲ ਗੱਲਾਂ ਕਰਦੀ ਰਹਿੰਦੀ ਹੈ ਅਤੇ ਲੋਕ ਉਸ ਨੂੰ ਆ ਕੇ ਦੱਸਦੇ ਹਨ। ਇਸ ਕਹਾਣੀ ਦੇ ਵਿੱਚ ਵੀ ਬਚਨੀ ਹੈ ਨਾਂ ਦੇ ਇੱਕ ਪਾਤਰ ਆ ਕੇ ਉਸ ਨੂੰ ਦੱਸਦਾ ਹੈ ਕਿ ਤੇਰੀ ਜਠਾਣੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ, ਜਿਸ ਕਾਰਨ ਮੰਨੂ ਨੂੰ ਹੋਰ ਜ਼ਿਆਦਾ ਗੁੱਸਾ ਚੜ੍ਹਦਾ ਹੈ। ਤਾਂ ਜਦੋਂ ਥੱਕਿਆ ਟੁੱਟਿਆ ਖੇਤ ਵਿੱਚੋਂ ਕੰਮ ਕਰਕੇ ਈਸਰ ਘਰ ਆਉਂਦਾ ਹੈ ਤਾਂ ਉਹ ਦੱਸਦੀ ਹੈ ਕਿ ਜਠਾਣੀ ਇਸ ਤਰ੍ਹਾਂ ਗੱਲਾਂ ਕਰਦੀ ਹੈ, ਇਸ ਕਰਕੇ ਮੈਂ ਵਧੀਆ ਤਰੀਕੇ ਨਾਲ ਵਿਆਹ 'ਤੇ ਜਾਣਾ ਹੈ ਅਤੇ ਖੂਬ ਖਰਚਾ ਕਰਨਾ ਹੈ। ਇਸ ਕਰਕੇ ਜੋ ਈਸਰ ਹੈ ਉਹ ਥੋੜ੍ਹਾ ਉਦਾਸ ਹੋ ਕੇ ਬੈਠ ਜਾਂਦਾ ਹੈ। ਹੁਣ ਜੋ ਮੰਨੂ ਹੈ ਉਹ ਆਪਦੇ ਪਤੀ ਈਸਰ ਦੀ ਹਾਲਤ ਵੀ ਜਾਣਦੀ ਹੈ, ਇਸ ਕਰਕੇ ਉਸ ਨੂੰ ਤਰਸ ਵੀ ਆਉਂਦਾ ਹੈ। ਤਾਂ ਉਹ ਫਿਰ ਆਖਰ 'ਤੇ ਉਸ ਨੂੰ ਕਹਿੰਦੀ ਹੈ ਕਿ ਚੱਲ ਕੋਈ ਨਹੀਂ, ਤੂੰ ਥੋੜ੍ਹਾ ਬਹੁਤਾ ਜਿੰਨਾ ਹੁੰਦਾ ਹੈ ਓਨਾ ਕੁ ਕਰ ਲਾ, ਬਾਕੀ ਮੈਂ ਆਪੇ ਸਾਰ ਲਊਂ। ਜਦੋਂ ਇੰਨੀ ਗੱਲ ਕਹਿੰਦੀ ਹੈ ਤਾਂ ਈਸਰ ਉਸ ਦੇ ਵੱਲ ਦੇਖ ਕੇ ਹੈਰਾਨ ਹੋ ਜਾਂਦਾ ਹੈ ਕਿ ਆਪੇ ਸਾਰ ਲਊਂ ਦਾ ਕੀ ਮਤਲਬ ਹੋਇਆ। ਤਾਂ ਫਿਰ ਉਹ ਦੂਸਰੇ ਦਿਨ ਉਸ ਨੂੰ ਆਪਦੇ ਸੰਦੂਕ ਵਿੱਚੋਂ ਕੱਢ ਕੇ ਸੱਗੀ ਫੁੱਲ ਦਿੰਦੀ ਹੈ, ਜੋ ਸਿਰ 'ਤੇ ਲਾਉਣ ਵਾਲਾ ਗਹਿਣਾ ਹੈ, ਕਿ ਲੈ ਇਹ ਬਾਜ਼ਾਰ ਲੈ ਜਾ, ਇਸ ਨੂੰ ਬਣਾ ਕੇ ਕਾਂਟੇ ਬਣਵਾ ਲਈ ਤਾਂ ਕਿ ਜੋ ਮੇਰੀ ਨਨਾਣ ਹੈ ਉਸ ਦੇ ਮੁੰਡੇ ਦੀ ਘਰਵਾਲੀ ਨੂੰ ਅਸੀਂ ਇਹ ਕਾਂਟੇ ਦੇਵਾਂਗੇ। ਇਸ ਕਰਕੇ ਪਰ ਉਹ ਜੋ ਈਸਰ ਹੈ ਉਹ ਬਹੁਤਾ ਖੁਸ਼ ਨਹੀਂ ਹੁੰਦਾ, ਉਹ ਉਦਾਸ ਹੋ ਜਾਂਦਾ ਹੈ ਕਿ ਉਸਦੀ ਘਰਵਾਲੀ ਦਾ ਕਹਿਣਾ ਨਹੀਂ ਵੇਚਣਾ ਚਾਹੁੰਦਾ। ਪਰ ਜ਼ਿਆਦਾ ਜਿੱਦ ਕਾਰਨ ਉਹ ਚਲੇ ਜਾਂਦਾ ਹੈ ਅਤੇ ਬਣਵਾ ਕੇ ਕਾਂਟੇ ਲੈ ਆਉਂਦਾ ਹੈ। ਤਾਂ ਥੋੜ੍ਹੇ ਦਿਨ ਬਾਅਦ ਜਦੋਂ ਉਹ ਵਿਆਹ 'ਤੇ ਜਾਂਦੇ ਹਨ ਤਾਂ ਸਾਰੇ ਲੋਕ ਜਦੋਂ ਉਸ ਦੇ ਵਿਆਹ 'ਤੇ ਡੋਲੀ ਤੁਰ ਜਾਂਦੀ ਹੈ ਤਾਂ ਸਾਰੀਆਂ ਔਰਤਾਂ ਗਿੱਧਾ ਪਾ ਰਹੀਆਂ ਹੁੰਦੀਆਂ ਹਨ। ਉਸ ਸਮੇਂ ਜੋ ਮੰਨੂ ਹੈ ਉਹ ਜੁੱਬ ਕੇ ਬਹੁਤ ਖੂਬਸੂਰਤ ਵੀ ਹੈ, ਉਹ ਗਿੱਧੇ ਵਿੱਚ ਬਹੁਤ ਜ਼ੋਰਦਾਰ ਨੱਚਦੀ ਹੈ। ਇੱਥੋਂ ਤੱਕ ਕਿ ਉਸ ਦੀ ਜੋ ਜਠਾਣੀ ਹੈ ਜੋ ਕਿ ਉਸ ਨੂੰ ਹਮੇਸ਼ਾ ਨੀਵਾਂ ਦਿਖਾਉਂਦੀ ਰਹਿੰਦੀ ਹੈ ਅਤੇ ਉਸ ਨੂੰ ਗਰੀਬ ਸਮਝਦੀ ਹੈ, ਅਤੇ ਮੰਨੂ ਦੁਆਰਾ ਜੋ ਦਿੱਤੇ ਗਏ ਕਾਂਟੇ ਆ ਸਾਰੇ ਉਸ ਦੀ ਹੀ ਚਰਚਾ ਕਰਦੇ ਹਨ, ਜਿਸ ਕਾਰਨ ਉਹ ਉਸ ਦੇ ਨਾਲ ਅੱਖ ਵੀ ਨਹੀਂ ਮਿਲਾਉਂਦੀ। ਤਾਂ ਜਦੋਂ ਉਹ ਗਿੱਧੇ ਵਿੱਚ ਨੱਚਦੀਆਂ ਹਨ ਤਾਂ ਸਾਰੇ ਮੰਨੂ ਵੱਲ ਦੇਖਦੇ ਹਨ। ਤਾਂ ਉੱਥੇ ਖੜ੍ਹੇ ਦੋ ਮੁੰਡੇ ਜੋ ਔਰਤਾਂ ਨੂੰ ਵੇਖ ਕੇ ਗੱਲਾਂ ਕਰਦੇ ਹਨ ਕਿ ਇਹ ਔਰਤ ਬਹੁਤ ਖੂਬਸੂਰਤ ਹੈ, ਪਰਮਾਤਮਾ ਨੇ ਸ਼ਾਇਦ ਇਸ ਨੂੰ ਵਿਹਲੇ ਬਹਿ ਕੇ ਬਣਾਇਆ ਹੈ, ਪਰ ਕਾਸ਼ ਇਸ ਦੇ ਜੇ ਸੱਗੀ ਫੁੱਲ ਵੀ ਲੱਗਾ ਹੁੰਦਾ ਤਾਂ ਇਹ ਇਸ ਤੋਂ ਵੀ ਜ਼ਿਆਦਾ ਖੂਬਸੂਰਤ ਦਿਸਣੀ ਸੀ। ਮੰਨੂ ਜੋ ਬਹੁਤ ਚਿਰ ਨੱਚਦੀ ਹੋਈ ਥੱਕ ਜਾਂਦੀ ਹੈ, ਆਖਰ 'ਤੇ ਜਦੋਂ ਉਸ ਨੂੰ ਇਹ ਗੱਲ ਸੁਣਦੀ ਹੈ ਤਾਂ ਉਹ ਹੌਲੀ ਹੋ ਜਾਂਦੀ ਹੈ ਅਤੇ ਆਪਦਾ ਗਿੱਟਾ ਫੜ ਕੇ ਬੈਠ ਜਾਂਦੀ ਹੈ।
ਸਾਰੇ ਉਸ ਨੂੰ ਪੁੱਛਦੇ ਹਨ ਕਿ ਕੀ ਹੋਇਆ, ਤਾਂ ਉਹ ਕਹਿੰਦੀ ਹੈ ਕਿ ਮੇਰੇ ਗਿੱਟੇ ਨੂੰ ਮੂਚ ਆ ਗਈ। ਅਸਲ ਵਿੱਚ ਉਸ ਦਾ ਮਨ ਉਹਨਾਂ ਦੀ ਗੱਲ ਸੁਣ ਕੇ ਉਦਾਸ ਹੋ ਗਿਆ ਸੀ। ਮੂਚ ਉਸ ਦੇ ਗਿੱਟੇ ਨੂੰ ਨਹੀਂ, ਸਗੋਂ ਉਸ ਦੇ ਮਨ ਨੂੰ ਆਈ ਹੋਈ ਸੀ। ਕਹਿਣ ਦਾ ਭਾਵ ਕਿ ਉਸ ਦਾ ਮਨ ਟੁੱਟ ਗਿਆ ਸੀ ਕਿ ਕਾਸ਼ ਉਸ ਦੇ ਕੋਲ ਅੱਜ ਸੱਗੀ ਫੁੱਲ ਹੁੰਦਾ ਤਾਂ ਉਹ ਅੱਜ ਇਸ ਤੋਂ ਵੀ ਜ਼ਿਆਦਾ ਖੂਬਸੂਰਤ ਲੱਗਦੀ। ਤਾਂ ਉਸ ਨੂੰ ਸੱਗੀ ਫੁੱਲ ਦਾ ਜੋ ਬੜਾ ਅਫਸੋਸ ਹੋਇਆ ਸੀ। ਇਸ ਕਰਕੇ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਪੰਜਾਬੀ ਸੱਭਿਆਚਾਰ ਵਿੱਚ ਪੰਜਾਬੀ ਲੋਕਾਂ ਦੀ ਜੋ ਰਹਿਣੀ ਬਹਿਣੀ ਹੈ ਉਸ ਨੂੰ ਦਰਸਾਇਆ ਕਿ ਕਿਵੇਂ ਪੰਜਾਬੀ ਲੋਕ ਕਈ ਵਾਰ ਜਿਨ੍ਹਾਂ ਦੀ ਆਰਥਿਕ ਹਾਲਤ ਵੀ ਚੰਗੀ ਨਹੀਂ ਹੁੰਦੀ ਹੈ, ਵਿਆਹ ਸ਼ਾਦੀਆਂ ਵੇਲੇ ਆਪਦੀ ਆਮਦਨ ਤੋਂ ਵੱਧ ਖਰਚਾ ਕਰਦੇ ਹਨ। ਇਸ ਦੇ ਲਈ ਉਹਨਾਂ ਨੂੰ ਸਮਾਜ ਦੇ ਵਿੱਚ ਆਪਦਾ ਨੱਕ ਰੱਖਣ ਲਈ ਜਾਂ ਰਿਸ਼ਤੇਦਾਰਾਂ ਵਿੱਚ ਸ਼ਰੀਕਪੁਣੇ ਵਿੱਚ ਆਪਦਾ ਨੱਕ ਰੱਖਣ ਲਈ, ਆਪਦੀ ਇੱਜ਼ਤ ਬਚਾਉਣ ਦੇ ਲਈ ਵੀ ਅਜਿਹਾ ਕਰਨਾ ਪੈਂਦਾ ਹੈ। ਤਾਂ ਇਸ ਕਹਾਣੀ ਦੇ ਪਾਤਰ ਵੀ ਕੁਝ ਇਸ ਤਰ੍ਹਾਂ ਹੀ ਕਰਦੇ ਹਨ ਕਿ ਸ਼ਰੀਕਾਂ ਵਿੱਚ ਆਪਦੀ ਇੱਜ਼ਤ ਰੱਖਣ ਦੇ ਲਈ ਲੋੜ ਤੋਂ ਵੱਧ ਖਰਚਾ ਕਰਦੇ ਹਨ, ਜੋ ਕਿ ਪਹਿਲਾਂ ਹੀ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਮੰਦੀ ਹੈ। ਤਾਂ ਉਹ ਆਪਦੇ ਜੋ ਘਰ ਵਿੱਚ ਜੋ ਕੁਝ ਬਚਿਆ ਕੁਚਿਆ ਹੁੰਦਾ ਹੈ ਉਹ ਵੀ ਵੇਚ ਦਿੰਦੇ ਹਨ। ਤਾਂ ਇਸ ਤਰ੍ਹਾਂ ਪੰਜਾਬੀ ਸੱਭਿਆਚਾਰ ਵਿੱਚ ਜੋ ਆਪਦੀ ਇੱਜ਼ਤ ਬਚਾਉਣ ਲਈ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ, ਵੱਧ ਖਰਚਾ ਕਰਨਾ ਪੈਂਦਾ, ਇੱਥੋਂ ਤੱਕ ਕਰਜ਼ਾ ਵੀ ਚੁੱਕਣਾ ਪੈਂਦਾ ਹੈ। ਤਾਂ ਉਸ ਦੀ ਕਹਾਣੀਕਾਰ ਨੇ ਬਿਆਨ ਕੀਤੀ ਹੈ। ਧੰਨਵਾਦ।